हाँ जी बेटा, आप करते पे सीगे सीनियर सिटीजन टैसट। ਉਹਦੇ ਵਿੱਚ बेटा आप सैकेंड ਹੁਣ करना वा आर्म कर्ल्स टैसट फॉर अपर बॉडी स्ट्रैच। ਜਿਹੜਾ आर्म्स कर्ल आ ਇਹ ਆਪਣੀ ਬਾਈਸੈਪਸ ਮਤਲਬ ਕਿ ਆਪਣੇ ਬਾਈਸੈਪਸ ਦੀ ਸਟਰੈਂਥ ਨੂੰ ਚੈੱਕ ਕਰਨਾ ਹੁੰਦਾ ਵਾ। ਇਹ ਅਪਰ ਬੋਡੀ ਦੀ ਸਟਰੈਂਥ ਇੱਕ ਤਰ੍ਹਾਂ ਦੀ ਬਣ ਜਾਂਦੀ ਆ, ਉਹਨੂੰ ਚੈੱਕ ਕਰਨਾ ਹੁੰਦਾ। ਇਹਦਾ ਪਰਪਸ ਇਹ ਆ, ਇਹ ਟੈਸਟ ਅਪਰ ਬੋਡੀ ਸਟਰੈਂਥ ਐਂਡ ਐਂਡਿਓਰੈਂਸ ਨੂੰ ਮੈਜ਼ਰ ਕਰਦਾ ਹੈ। ਇਹਦੇ ਵਿੱਚ ਬੇਟਾ ਅੱਗੇ ਆਬਜੈਕਟਿਵ ਆ ਗਿਆ। ਆਬਜੈਕਟਿਵ ਹੈ ਟੂ ਕੰਪਲੀਟ ਮੈਕਸੀਮਮ ਆਰਮ ਕਰਲਸ ਇਨ 30 ਸੈਕਿੰਡ। ਮਤਲਬ ਕਿ ਕਿੰਨੇ ਆਪਾਂ ਆਰਮਸ ਕਰਲ ਲਾਉਣੇ ਆ 30 ਸੈਕਿੰਡ ਦੇ ਵਿੱਚ। ਫਿਰ ਉਸ ਤੋਂ ਬਾਅਦ ਇਕਵਿਪਮੈਂਟਸ ਆ ਗਏ। ਇਕਵਿਪਮੈਂਟ ਚਾਹੀਦੇ ਆ ਜੀ 5 ਪਾਊਂਡ ਵੇਟ ਫॉर ਵੂਮਨਸ ਅਤੇ 8 ਪਾਊਂਡ ਵੇਟ ਫॉर ਮੈਨਸ। ਇੱਕ ਨਾਲ ਚਾਹੀਦੀ ਚੇਅਰ ਵਿਦਾਊਟ ਆਰਮ ਰੈਸਟ ਅਤੇ ਇੱਕ ਸਟਾਪ ਵਾਚ ਚਾਹੀਦੀ ਆ। ਹੁਣ ਵਿੱਚ ਬੇਟਾ ਇਹਦੇ 'ਚ 5 ਪਾਊਂਡ ਜਿਹੜਾ ਵੇਟ ਹੁੰਦਾ ਵਾ ਫॉर ਵੂਮਨਸ ਲਈ, ਉਹ ਕੇਜੀ 'ਚ ਕਿੰਨਾ ਬਣਦਾ 2.3 kg ਬਣਦਾ ਵਾ। ਅਤੇ ਮੈਨਸ ਲਈ ਜਿਹੜਾ ਹੈਗਾ 8 ਪਾਊਂਡ, ਉਹ 3.6 kg ਬਣਦਾ ਵਾ ਮੈਨਸ ਦੇ ਲਈ। ਉਸ ਤੋਂ ਬਾਅਦ ਬੇਟਾ ਨੈਕਸਟ ਆ ਗਿਆ ਜੀ ਪ੍ਰੋਸੀਜਰ। ਸਭ ਤੋਂ ਪਹਿਲਾਂ ਨੰਬਰ 1 ਸਬਜੈਕਟ ਚੇਅਰ 'ਤੇ ਬੈਠਦਾ ਹੈ, ਵੇਟ ਨੂੰ ਹੱਥ ਨਾਲ ਹੋਲਡ ਕਰਦਾ ਹੈ, ਜਿਵੇਂ ਆਪਾਂ ਸੂਟਕੇਸ ਨੂੰ ਗ੍ਰਿਪ ਕਰਦੇ ਹਾਂ ਉਹਦੇ ਵਾਂਗ। ਇਹ ਟੈਸਟ ਡੋਮੀਨੈਂਟ ਆਰਮ ਵਾਲੀ ਸਾਈਡ 'ਤੇ ਕੰਡਕਟ ਕੀਤਾ ਜਾਂਦਾ ਹੈ। ਨੰਬਰ 3 ਗੋ ਦੀ ਕਮਾਂਡ 'ਤੇ ਜਿੰਨੇ ਤੁਸੀਂ ਕਰਲਸ ਕਰ ਸਕਦੇ ਹੋ ਓਨੇ ਹੀ 30 ਸੈਕਿੰਡ ਟਾਈਮ ਪੀਰੀਅਡ ਵਿੱਚ ਕਰੋ, ਜਿੰਨੇ ਵੀ ਵੱਧ ਤੋਂ ਵੱਧ ਤੁਸੀਂ ਕਰ ਸਕਦੇ ਹੋ 30 ਸੈਕਿੰਡ ਦੇ ਵਿੱਚ। ਨੰਬਰ 4 ਹੈਗਾ ਜੀ ਵੇਟ ਨੂੰ ਸਵਿੰਗ ਨਾ ਕਰੋ। ਨੰਬਰ 4 ਹੈਗਾ ਜੀ ਜਿੰਨੇ ਪੋਸੀਬਲ ਹੋ ਸਕਦੇ ਆ 30 ਸੈਕਿੰਡ ਦੇ ਵਿੱਚ ਵੱਧ ਤੋਂ ਵੱਧ ਆਰਮਸ ਕਰਲ ਪਰਫੋਰਮ ਕਰਨੇ ਚਾਹੀਦੇ ਆ ਇੱਕ ਇੰਡੀਵਿਜੂਅਲ ਵੱਲੋਂ। ਉਸ ਤੋਂ ਬਾਅਦ ਬੇਟਾ ਇਹਦੀ ਸਕੋਰਿੰਗ ਆ ਗਈ। ਸਕੋਰਿੰਗ 30 ਸੈਕਿੰਡ ਵਿੱਚ ਕੀਤੇ ਗਏ ਕੰਟਰੋਲਡ ਆਰਮ ਕਰਲ ਦੀ ਟੋਟਲ ਨੰਬਰ ਨੂੰ ਕਿੰਨੇ ਪਰਫੋਰਮ ਕੀਤਾ ਵਾ ਉਹਨੂੰ ਮੰਨਿਆ ਜਾਂਦਾ ਵਾ। ਨੈਕਸਟ ਆ ਗਿਆ ਬੇਟਾ ਜੀ ਚੇਅਰ ਸਿਟ ਐਂਡ ਰੀਚ ਟੈਸਟ ਫॉर ਲੋਅਰ ਬੋਡੀ ਫਲੈਕਸੀਬਿਲਿਟੀ। ਇਹਦੇ ਵਿੱਚ ਜਿਵੇਂ ਬੇਟਾ ਡਾਇਗਰਾਮ ਬਣੀ ਹੋਈ ਹੈ, ਤੁਸੀਂ ਦੇਖ ਰਹੇ ਹੋ ਥੱਲੇ। ਇਹਦੇ ਵਿੱਚ ਕੀ ਆ, ਇੱਕ ਇਨਸਾਨ ਆ ਜਿਹਦੀ ਲੋਅਰ ਬੋਡੀ ਫਲੈਕਸੀਬਿਲਿਟੀ ਆਪਾਂ ਚੈੱਕ ਕਰਨੀ ਆ, ਉਹਨੂੰ ਚੇਅਰ ਦੇ ਉੱਪਰ ਬਿਠਾ ਦਿੱਤਾ ਜਾਂਦਾ। ਇੱਕ ਲੈਗਸ ਉਹਦੀ ਅੱਗੇ ਨੂੰ ਕੱਢੀ ਜਾਂਦੀ ਆ, ਸਟਰੇਟ ਰੱਖੀ ਜਾਂਦੀ ਹੈ ਬਿਲਕੁਲ। ਉਹਦੇ ਉੱਪਰ ਉਹਨੇ ਆਪਣੇ ਹੱਥ ਲਾਉਣੇ ਹੁੰਦੇ ਆ, ਚੇਅਰ 'ਤੇ ਬੈਠੇ ਹੋਏ ਨੇ। ਜਿੱਥੋਂ ਤੱਕ ਉਹਦਾ ਹੱਥ ਪਹੁੰਚਦਾ ਵਾ ਉਹ ਮੈਜ਼ਰ ਕੀਤਾ ਜਾਂਦਾ ਵਾ। ਹੁਣ ਇਹਦਾ ਪਰਪਸ ਕੀ ਆ, ਦਿਸ ਟੈਸਟ ਮੈਜ਼ਰਸ ਲੋਅਰ ਬੋਡੀ ਫਲੈਕਸੀਬਿਲਿਟੀ, ਮਤਲਬ ਕਿ ਆਪਣੀ ਲੋਅਰ ਬੋਡੀ ਦੀ ਫਲੈਕਸੀਬਿਲਿਟੀ ਚੈੱਕ ਕਰਨੀ ਆ। ਆਬਜੈਕਟਿਵ ਹੈਗਾ ਜੀ ਟੂ ਸਟਰੈਚ ਦਾ ਲੋਅਰ ਬੋਡੀ ਐਜ਼ ਫਾਰ ਐਜ਼ ਪੋਸੀਬਲ। ਜਿੰਨਾ ਸਟਰੈਚ ਤੁਸੀਂ ਕਰ ਸਕਦੇ ਹੋ ਵੱਧ ਤੋਂ ਵੱਧ ਕਰਨਾ ਚਾਹੀਦਾ ਵਾ ਲੋਅਰ ਬੋਡੀ ਨੂੰ। ਇਕਵਿਪਮੈਂਟ ਇਹਦੇ ਵਿੱਚ ਇੱਕ ਰੂਲਰ ਹੁੰਦਾ ਜੀ, ਇੱਕ ਸਟ੍ਰੇਟ ਬੈਕ ਔਰ ਫੋਲਡਿੰਗ ਚੇਅਰ। ਪ੍ਰੋਸੀਜਰ ਇਹਦਾ ਅੱਗੇ ਆ ਗਿਆ ਜੀ। ਸਭ ਤੋਂ ਪਹਿਲਾਂ ਇੱਕ ਚੇਅਰ ਨੂੰ ਪਲੇਸਡ ਕਰੋ ਅਗੇਂਸਟ ਦਾ ਵਾਲ। ਮਤਲਬ ਕਿ ਇਹ ਚੇਅਰ ਆਪਾਂ ਵਾਲ ਦੇ ਨਾਲ ਤਾਂ ਲਾਈ ਦੀ ਆ ਕਿਉਂਕਿ ਇਹ ਸਟੇਬਲ ਰਵੇ, ਇਹ ਹਿੱਲੇ ਨਾ ਕਿਸੇ ਤਰੀਕੇ ਨਾਲ ਵੀ। ਉਸ ਤੋਂ ਬਾਅਦ ਸੈਕਿੰਡ ਪੁਆਇੰਟ ਆ ਗਿਆ ਪਾਰਟੀਸਪੈਂਟ ਸਿਟਸ ਔਨ ਦਾ ਚੇਅਰ ਵਿਦ 1 ਫੁੱਟ ਫਲੈਟ ਔਨ ਦਾ ਫਲੋਰ। ਮਤਲਬ ਕਿ ਪਾਰਟੀਸਪੈਂਟ ਚੇਅਰ ਦੇ ਉੱਪਰ ਬੈਠੇ, ਇੱਕ ਉਹਦਾ ਫੁੱਟ ਆ ਜਿਹੜਾ ਫਲੈਟ ਫਲੋਰ ਦੇ ਉੱਪਰ ਹੋਣਾ ਚਾਹੀਦਾ ਅੱਗੇ ਨੂੰ। ਨੈਕਸਟ ਹੈਗਾ ਜੀ ਅਦਰ ਲੈਗਸ ਐਕਸਟੈਂਡਡ ਫਾਰਵਰਡ ਵਿਦ ਨੀ ਸਟਰੇਟ। ਮਤਲਬ ਕਿ ਤੁਹਾਡੀਆਂ ਨੀ ਸਟਰੇਟ ਹੋਣੀਆਂ ਚਾਹੀਦੀਆਂ ਨੇ, ਇੱਕ ਲੈਗ ਤੁਹਾਡੀ ਐਕਸਟੈਂਡ ਹੋਣੀ ਚਾਹੀਦੀ ਹੈ। ਹੀਲ ਔਨ ਦਾ ਫਲੋਰ, ਜਿਹੜੀ ਤੁਹਾਡੀ ਹੀਲ ਹੈ ਉਹ ਫਲੋਰ 'ਤੇ ਹੋਣੀ ਚਾਹੀਦੀ ਹੈ। ਟੋਜ਼ ਤੁਹਾਡੇ ਹਵਾ ਦੇ ਵਿੱਚ ਹੋਣੇ ਚਾਹੀਦੇ ਆ। ਦਾ ਐਂਕਲ ਆਫ ਦਾ ਸਟਰੇਟ ਲੈਗ ਸ਼ੁੱਡ ਬੀ ਬੈਂਡ 90 ਡਿਗਰੀ। ਜਿਹੜੀ ਲੈਗ ਦੂਸਰੀ ਆ ਜਿਸ ਤੋਂ ਆਪਾਂ ਮੈਜ਼ਰ ਨਹੀਂ ਕਰ ਰਹੇ, ਉਹ 90 ਡਿਗਰੀ 'ਤੇ ਐਂਗਲ 'ਤੇ ਹੋਣੀ ਚਾਹੀਦੀ ਹੈ ਬੈਂਡ। ਉਸ ਤੋਂ ਬਾਅਦ 3rd ਪੁਆਇੰਟ ਆ ਗਿਆ ਜੀ ਵਨ ਹੈਂਡ ਇਜ਼ ਪਲੇਸਡ ਔਨ ਟੋਪ ਆਫ ਅਦਰ। ਮਤਲਬ ਕਿ ਇੱਕ ਹੱਥ ਦੂਜੇ ਦੇ ਉੱਪਰ ਟੋਪ 'ਤੇ ਹੋਣਾ ਚਾਹੀਦਾ ਵਾ। ਟਿਪਸ ਆਫ ਦਾ ਮਿਡਲ ਫਿੰਗਰ ਈਵਨ, ਮਤਲਬ ਕਿ ਜਿਹੜੀ ਮਿਡਲ ਫਿੰਗਰ ਆ ਉਹਦੇ ਉੱਪਰ ਹੋਣਾ ਚਾਹੀਦਾ। ਨੰਬਰ 4 ਆ ਗਿਆ ਜੀ ਦਾ ਪਾਰਟੀਸਪੈਂਟਸ ਦੈਨ ਟਰਾਈ ਟੂ ਟੱਚ ਦਾ ਟੋ ਆਫ ਦੈਟ ਫੁੱਟ ਬਾਏ ਬੈਂਡਿੰਗ। ਮਤਲਬ ਕਿ ਪਾਰਟੀਸਪੈਂਟ ਨੂੰ ਟਰਾਈ ਕਰਨਾ ਚਾਹੀਦਾ ਟੋਜ਼ ਨੂੰ ਟੱਚ ਕਰਨ ਲਈ, ਫੁੱਟ ਨੂੰ ਬੈਂਡਿੰਗ ਕਰਨ ਤੋਂ ਬਿਨਾਂ। ਬੈਂਡਿੰਗ ਐਟ ਹਿਪ ਐਂਡ ਸਲਾਈਡਿੰਗ ਹਰ ਹਿਜ਼ ਹੈਂਡ ਟੂਗੈਦਰ ਟੂਵਰਡਸ ਦਾ ਟੋਜ਼। ਮਤਲਬ ਕਿ ਆਪਣੇ ਟੋਜ਼ ਨੂੰ ਤੁਸੀਂ ਟੱਚ ਕਰਨਾ ਵਾ। ਨੰਬਰ 5 ਆ ਗਿਆ ਜੀ ਟੂ ਸਕੋਰ ਪਾਰਟੀਸਪੈਂਟ ਮਸਟ ਹੋਲਡ ਦਾ ਪੋਜੀਸ਼ਨ ਫੋਰ ਐਟ ਲੀਸਟ 2 ਸੈਕਿੰਡ। ਜਿੱਥੋਂ ਤੱਕ ਉਹ ਪਹੁੰਚ ਹੁੰਦੀ ਆ
ਹੱਥਾਂ ਦੀ, ਉਸ ਪੋਜੀਸ਼ਨ 'ਤੇ ਆਪਾਂ ਨੂੰ 2 ਮਿੰਟ ਲਈ ਆਪਾਂ ਨੂੰ ਹੋਲਡ ਕਰਨਾ ਵਾ। ਇਹ ਉਹਦੀ ਸਕੋਰਿੰਗ ਕਰਨ ਦਾ ਤਰੀਕਾ ਹੁੰਦਾ। ਉਸ ਤੋਂ ਬਾਅਦ ਬੇਟਾ ਜਿਹੜੀ ਨੰਬਰ 5 ਸਕੋਰਿੰਗ ਆ ਗਈ, ਸਕੋਰ ਨੀਅਰੈਸਟ 1.5 ਇੰਚ ਔਰ 1 ਸੈਂਟੀਮੀਟਰ ਤੱਕ ਰਿਕਾਰਡ ਕੀਤਾ ਗਿਆ ਹੈ, ਜਿਵੇਂ ਡਿਸਟੈਂਸ ਰੀਚਡ, ਔਰ ਤਾਂ ਕਿ ਨੈਗੇਟਿਵ ਔਰ ਪੋਜ਼ੀਟਿਵ ਸਕੋਰ ਹੇਠਾਂ ਮਈਅਰ ਲਈ ਕਿਹੜਾ ਪੈਰ ਯੂਜ਼ ਕੀਤਾ ਗਿਆ ਹੈ ਉਸ ਹਿਸਾਬ ਨਾਲ ਰਿਕਾਰਡ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਬੇਟਾ ਨੈਕਸਟ 4th ਆ ਗਿਆ ਜੀ, ਬੈਕ ਸਟ੍ਰੈਚ ਟੈਸਟ ਫॉर ਅੱਪਰ ਬੋਡੀ ਫਲੈਕਸੀਬਿਲਿਟੀ। ਇਹ ਹੁੰਦਾ ਬੇਟਾ ਅੱਪਰ ਬੋਡੀ ਦੀ ਫਲੈਕਸੀਬਿਲਿਟੀ ਚੈੱਕ ਕਰਨੀ ਆ। ਇਹਦੇ ਵਿੱਚ ਕੀ ਕੀਤਾ ਜਾਂਦਾ ਵਾ, ਆਪਣੀ ਪਿੱਠ ਦੇ ਉੱਪਰ, ਜਿਵੇਂ ਤੁਸੀਂ ਡਾਇਗਰਾਮ ਦੇਖ ਰਹੇ ਹੋ, ਇੱਕ ਹੱਥ ਆਪਾਂ ਉੱਪਰ ਦੀ ਲੈ ਕੇ ਜਾਣਾ ਸ਼ੋਲਡਰ ਦੇ, ਦੂਸਰਾ ਹੱਥ ਆਪਣੇ ਅੰਡਰ ਸ਼ੋਲਡਰ ਦੇ ਥੱਲੇ ਦੀ ਲੈ ਕੇ ਜਾਣਾ ਵਾ। ਫਿਰ ਦੋਵਾਂ ਹੱਥਾਂ ਦੀਆਂ ਜਿਹੜੀਆਂ ਫਿੰਗਰਸ ਨੇ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੇ ਉਹਦੇ ਵਿੱਚ ਗੈਪ ਰਹਿੰਦਾ ਵਾ ਤਾਂ ਚੈੱਕ ਕੀਤਾ ਜਾਂਦਾ, ਜੇ ਟੱਚ ਹੋ ਕੇ ਉੱਪਰ ਤੱਕ ਜਾ ਰਹੀਆਂ ਨੇ ਤੇ ਉਹ ਵੀ ਮੇਜਰ ਕੀਤਾ ਜਾਂਦਾ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਜੀ ਇਹਦਾ ਪਰਪਸ ਇਹਦਾ ਇਹ ਅੱਪਰ ਬੋਡੀ ਫਲੈਕਸੀਬਿਲਿਟੀ ਨੂੰ ਆਪਾਂ ਟੈਸਟ ਕਰਨਾ ਵਾ। ਸ਼ੋਲਡਰ ਦੀ ਜਨਰਲ ਰੇਂਜ ਆਫ ਮੋਸ਼ਨ ਨੂੰ ਮੇਜਰ ਕਰਦਾ ਹੈ, ਜੋ ਕਿ ਵੱਖ-ਵੱਖ ਜੌਬ ਕਰਨ ਵਿੱਚ ਇੰਪੋਰਟੈਂਟ ਹੈ, ਜਿਵੇਂ ਕਿ ਇੱਕ ਲਾਈਟ ਬਲਬ ਚੇਂਜ ਕਰਨਾ, ਕੋਂਬਿੰਗ ਵਨਸ ਹੇਅਰ ਮਤਲਬ ਕਿ ਵਾਲਾਂ ਵਿੱਚ ਕੰਘੀ ਫੇਰਨਾ, ਪੁਟਿੰਗ ਔਨ ਓਵਰਹੈਡ ਗਾਰਮੈਂਟਸ ਮਤਲਬ ਕਿ ਗਾਰਮੈਂਟਸ ਨੂੰ ਓਵਰਹੈਡ ਜੋ ਆਪਾਂ ਕਰਕੇ ਪਾਉਣੇ ਆ, ਰੀਚਿੰਗ ਫॉर ਸਾਲਟ ਬੈਟ ਐਕਸੈਕਟਰਾ। ਹੁਣ ਇਹਦੇ ਵਿੱਚ ਇਕਵਿਪਮੈਂਟ ਆ, ਇਹ ਰੂਲਰ ਔਰ ਇਹ ਯਾਰਡ ਸਟਿਕ, ਜਿਹਦੇ ਨਾਲ ਆਪਾਂ ਮੇਜਰ ਕਰਨਾ ਵਾ, ਯਾਰਡ ਸਟਿਕ ਹੁੰਦੀ ਆ। ਹੁਣ ਇਹਦੇ 'ਚ ਬੇਟਾ ਆ ਗਿਆ ਜੀ ਆਪਣਾ ਪ੍ਰੋਸੀਜਰ। ਇਨ ਸਟੈਂਡਿੰਗ ਪੋਜੀਸ਼ਨ ਮਤਲਬ ਕਿ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਪਾਰਟੀਸਪੈਂਟ ਵਿਲ ਪਲੇਸ ਲੈਫਟ ਆਰਮ ਸਟ੍ਰੇਟ ਅਪ ਇਨ ਦਾ ਏਅਰ ਅਬਵ ਹਿਜ਼ ਲੈਫਟ ਸ਼ੋਲਡਰ, ਮਤਲਬ ਕਿ ਜਿਹੜੇ ਆਪਣੀ ਲੈਫਟ ਆਰਮ ਆ ਉਹਨੂੰ ਸਟ੍ਰੇਟ ਅਪ ਕਰਨਾ ਵਾ ਹਵਾ ਦੇ ਵਿੱਚ ਤੇ ਲੈਫਟ ਸ਼ੋਲਡਰ ਦੇ ਕੋਲ ਦੀ। ਉਸ ਤੋਂ ਬਾਅਦ ਸੈਕਿੰਡ ਆ ਗਿਆ ਜੀ, ਆਪਣੀ ਲੈਫਟ ਆਰਮ ਐਲਬੋ ਵੱਲ ਬੈਂਡ ਅਤੇ ਫਿੰਗਰਸ ਨੂੰ ਐਕਸਟੈਂਡ ਕਰਨ ਦੇ ਨਾਲ ਆਪਣੀ ਬੈਕ ਵੱਲ ਰੀਚ ਕਰੋ। ਤੁਹਾਡੀ ਐਲਬੋ ਸੀਲਿੰਗ ਵੱਲ ਪੁਆਇੰਟਡ ਕਰੋ, ਮਤਲਬ ਕਿ ਜਿਹੜੀ ਤੁਹਾਡੀ ਕੂਹਣੀ ਆ ਉਹ ਉੱਪਰ ਸੀਲਿੰਗ ਵੱਲ, ਛੱਤ ਵੱਲ ਹੋਣੀ ਚਾਹੀਦੀ ਹੈ। ਆਪਣੀ ਰਾਈਟ ਹੈਂਡ ਨੂੰ ਆਪਣੀ ਬੈਕ ਦੇ ਪਿੱਛੇ ਆਪਣੀ ਪਾਮ ਨਾਲ ਆਊਟ ਕਰੋ ਅਤੇ ਫਿੰਗਰਸ ਨੂੰ ਐਕਸਟੈਂਡ ਕਰੋ, ਮਤਲਬ ਕਿ ਥੱਲੇ ਦੀ ਲਿਜਾ ਕੇ ਆਪਣੀ ਬੈਕ ਦੇ ਉੱਪਰ ਵੱਧ ਤੋਂ ਵੱਧ ਜਿੰਨਾ ਆਪਾਂ ਉੱਪਰ ਲਿਜਾ ਸਕਦੇ ਹਾਂ ਉਹਨੂੰ ਲੈ ਕੇ ਜਾਣਾ ਚਾਹੀਦਾ ਵਾ। ਉਸ ਤੋਂ ਬਾਅਦ ਬੇਟਾ ਜੀ ਇਹਦੇ ਵਿੱਚ ਅੱਗੇ ਆ ਗਿਆ ਜੀ ਸਕੋਰਿੰਗ। The distance between the fingertips of one hand and other is measured to nearest half inch, ਮਤਲਬ ਕਿ ਜਿਹੜਾ ਤੁਹਾਡਾ ਅੱਪਰ ਹੈਂਡ ਆ ਜਾਂ ਲੋਅਰ ਹੈਂਡ ਆ, ਦੋਵਾਂ ਦੇ ਵਿਚਾਲੇ ਜਿੰਨਾ ਗੈਪ ਆ ਉਹਨੂੰ ਮੇਜਰ ਕੀਤਾ ਜਾਂਦਾ ਵਾ ਜਿਹੜੀਆਂ ਤੁਹਾਡੀ ਟਿਪਸ ਦੇ ਵਿੱਚ। ਇਫ ਫਿੰਗਰ ਟਿਪ ਆਫ ਹੈਂਡ ਜਸਟ ਟੱਚ ਇਹ ਸਕੋਰ 0, ਅਗਰ ਜੇ ਜਸਟ ਟੱਚ ਹੀ ਕਰ ਰਿਹਾ ਵਾ ਤਾਂ ਸਕੋਰ 0 ਹੋ ਜਾਊਗਾ। ਇਫ ਫਿੰਗਰ ਨੋਟ ਟੱਚ ਇਹ ਨੈਗੇਟਿਵ ਸਕੋਰ ਆਫ ਡਿਸਟੈਂਸ ਬਿਟਵੀਨ ਯੂਅਰ ਫਿੰਗਰ ਇਜ਼ ਗਿਵਨ, ਮਤਲਬ ਕਿ ਜੇ ਤੁਹਾਡਾ ਟੱਚ ਨਹੀਂ ਕਰ ਰਿਹਾ ਤਾਂ ਤੁਹਾਡਾ ਸਕੋਰ ਨੈਗੇਟਿਵ ਸਕੋਰ ਹੋ ਜਾਊਗਾ। measure to nearest 0.5 of half inch. If finger overlap the positive score, measure overlap 0.5 half inch given, ਮਤਲਬ ਕਿ ਜੇ ਤੁਹਾਡਾ ਹੱਥ ਟੱਚ ਹੋ ਰਿਹਾ ਵਾ ਤੇ ਉੱਪਰ ਜਾ ਰਿਹਾ ਵਾ ਤਾਂ ਤੁਹਾਡਾ ਸਕੋਰ ਪੋਜ਼ੀਟਿਵ ਹੋ ਜਾਊਗਾ 0.5, ਅਗਰ ਨਹੀਂ ਟੱਚ ਹੋ ਰਿਹਾ ਤਾਂ ਨੈਗੇਟਿਵ 'ਚ ਆ ਜਾਊਗਾ 0.5। ਹੁਣ ਬੇਟਾ ਜੀ ਨੈਕਸਟ ਆ ਗਿਆ ਜੀ 8 ਫੁੱਟ ਅਪ ਐਂਡ ਗੋ ਟੈਸਟ ਫॉर ਐਜਿਲਿਟੀ। ਇਹਦੇ ਵਿੱਚ ਬੇਟਾ ਪਰਪਸ ਹੈਗਾ ਦਾ ਟੈਸਟ ਮੇਜਰ ਸਪੀਡ, ਐਜਿਲਿਟੀ ਐਂਡ ਬੈਲੈਂਸ ਵਾਈਲ ਮੂਵਿੰਗ, ਮਤਲਬ ਕਿ ਤੁਸੀਂ ਜਦੋਂ ਮੂਵ ਕਰਦੇ ਹੋ ਉਹਦੇ 'ਚ ਐਜਿਲਿਟੀ, ਬੈਲੈਂਸ ਅਤੇ ਸਪੀਡ ਚੈੱਕ ਕਰਨੀ ਆ, ਫਿਜ਼ੀਕਲ ਐਬਿਲਿਟੀ। ਇਹਦਾ ਆਬਜੈਕਟਿਵ ਹੈਗਾ ਜੀ ਟੂ ਸਟੈਂਡ ਐਂਡ ਵਾਕ 60 ਫੀਟ, ਮਤਲਬ ਕਿ 60 ਫੀਟ ਤੁਸੀਂ ਚੱਲਣਾ ਵਾ, ਐਂਡ ਸਿਟ ਬੈਕ ਐਜ਼ ਫਾਸਟ ਐਜ਼ ਪੋਸੀਬਲ, ਅਤੇ ਵਾਪਸ ਤੁਸੀਂ ਆਪਣੀ ਜਗ੍ਹਾ 'ਤੇ ਆ ਕੇ ਬੈਠਣਾ ਵਾ। ਇਕਵਿਪਮੈਂਟ ਚਾਹੀਦੀ ਸਟਾਪ ਵਾਚ, ਸਟੇਟ ਬੈਕ ਔਰ ਫੋਲਡਿੰਗ ਚੇਅਰ ਵਿਦ ਆਰਮਸ, 1 ਮਾਰਕਰ, ਮੇਜਰ ਟੇਪ, ਏਰੀਆ ਕਲੀਅਰ ਆਫ ਆਬਸਟੀਕਲ। ਹੁਣ ਅੱਗੇ ਆ ਗਿਆ ਜੀ ਇਹਦਾ ਪ੍ਰੋਸੀਜਰ। ਸਭ ਤੋਂ ਪਹਿਲਾਂ ਆ ਗਿਆ ਜੀ ਚੇਅਰ ਨੂੰ ਵਾਲ ਦੇ ਸਾਹਮਣੇ ਰੱਖੋ ਅਤੇ ਮਾਰਕਰ ਨੂੰ ਚੇਅਰ ਦੇ ਅੱਗੇ 8 ਫੀਟ 'ਤੇ ਲਗਾਓ। ਚੇਅਰ ਔਰ ਮਾਰਕਰ ਦੇ ਵਿਚਕਾਰ ਰਸਤਾ ਕਲੀਅਰ ਕਰੋ। ਨੈਕਸਟ ਆ ਗਿਆ ਜੀ ਚੇਅਰ 'ਤੇ ਆਪਣੇ ਬੈਠੋ ਅਤੇ ਆਪਣੇ ਹੱਥ ਥਾਈ ਦੇ ਉੱਪਰ ਰੱਖੋ। ਆਪਣੇ ਫੀਟ ਫਲੋਰ ਦੇ ਉੱਪਰ
ਇੱਕ ਪੈਰ ਦੂਜੇ ਤੋਂ ਥੋੜ੍ਹਾ ਅੱਗੇ ਫਲੈਟ ਹੋਣਾ ਚਾਹੀਦਾ ਹੈ। ਥਰਡ, ਚੇਅਰ ਤੋਂ ਉੱਠੋ ਅਤੇ ਗੋ ਦੀ ਕਮਾਂਡ 'ਤੇ ਜਿੰਨੀ ਜਲਦੀ ਹੋ ਸਕੇ ਵਾਕ ਕਰੋ, ਮਾਰਕ ਕੀਤੀ ਜਗ੍ਹਾ ਤੱਕ ਪਹੁੰਚੋ। ਜਦੋਂ ਤੁਸੀਂ ਉੱਠੋਗੇ ਆਪਣੀ ਥਾਈਜ਼ ਨੂੰ ਪ੍ਰੈਸ ਕਰ ਸਕਦੇ ਹੋ ਅਤੇ ਡੋਂਟ ਰਨ, ਮਤਲਬ ਕਿ ਭੱਜਣਾ ਨਹੀਂ ਇਹਦੇ ਵਿੱਚ। ਮਾਰਕਡ ਏਰੀਏ ਤੋਂ ਬਾਹਰ ਘੁੰਮੋ ਅਤੇ ਜਿੰਨੀ ਜਲਦੀ ਹੋ ਸਕੇ ਆਪਣੀ ਸੀਟ 'ਤੇ ਵਾਪਸ ਆ ਜਾਓ। ਹੁਣ ਇਹਦੇ ਵਿੱਚ ਕੀ ਹੈ ਬੇਟਾ, 8 ਫੀਟ ਤੱਕ ਭੱਜਣਾ ਜਾਣਾ ਤੋਂ ਵਾਕ ਕਰਨਾ ਵਾ, ਉਸ ਤੋਂ ਬਾਅਦ ਵਾਪਸ ਆ ਜਾਣਾ ਵਾ। ਨੰਬਰ 4, ਜੇ ਤੁਸੀਂ ਚਾਹੋ ਤਾਂ ਸਕੋਰ ਟੈਸਟਿੰਗ ਤੋਂ ਪਹਿਲਾਂ ਤੁਸੀਂ ਪ੍ਰੈਕਟਿਸ ਟੈਸਟ ਵੀ ਕਰ ਸਕਦੇ ਹੋ। ਹੁਣ ਬੇਟਾ ਇਹਦੇ 'ਚ ਸਕੋਰਿੰਗ ਆ ਗਈ ਅੱਗੇ। ਨੈਕਸਟ